ਤੁਸੀਂ ਦਿੱਲੀ ਨਾਲ ਮੱਥਾ ਲਾ ਲਓਗੇ ਪੰਜਾਬ ਦੇ ਹੱਕਾਂ ਲਈ, ਜਿਹੜੇ ਇੱਕ ਵੀਸੀ ਤੋਂ ਹੀ ਡਰ ਗਏ। ਨਾਲੇ ਕੋਈ ਇਮਾਨਦਾਰ ਵੀਸੀ ਨਹੀਂ, ਮਹਿਕ ਠੋਕ ਕੇ ਕਹਿੰਦਾ ਲਟੇਰਾ ਵੀਸੀ ਹੈ। ਕੰਮ ਦੌਰਾਨ ਇਦਾਂ ਦੀਆਂ ਜਿਹੜੀਆਂ ਤਲਖੀਆਂ ਚੱਲਦੀਆਂ ਰਹਿੰਦੀਆਂ ਨੇ। ਡਾਕਟਰ ਸਾਹਿਬ ਡਾਕਟਰ ਰਾਜ ਬਹਾਦਰ ਮੇਰੇ ਬੜੇ ਅੱਛੇ ਮਿੱਤਰ ਨੇ, ਬਹੁਤ ਪੁਰਾਣੇ। ਜਦੋਂ ਤੋਂ ਮੇਰੇ ਪਿਤਾ ਜੀ ਦੇ ਸਪਾਈਨਲ ਕਾਰਡ ਤੇ ਇੰਜਰੀ ਹੋ ਗਈ ਸੀ ਤਾਂ ਉਹ ਉਸ ਵੇਲੇ 32 ਸੈਕਟਰ ਦੇ ਵਿੱਚ ਮੈਡੀਕਲ ਕਾਲਜ ਦੇ ਉਹ ਪ੍ਰਿੰਸੀਪਲ ਵੀ ਸੀ, ਪੀਜੀ ਦੇ ਡਾਇਰੈਕਟਰ ਵੀ ਸੀ। ਮੈਂ ਜਾਣਦਾ ਮੇਰੇ ਤੇ ਕਦੇ ਕਿਹੜਾ ਕੇਸ ਨੇ ਕਰਨਾ ਕਿ ਮੈਂ ਇਹਨੂੰ ਗਲਤ ਕਹਿ ਰਿਹਾ। ਇਹੀ ਵੀਸੀ ਸੈਮੀਨਾਰ ਸੀ ਫਰੀਦਕੋਟ ਦੇ ਅੰਦਰ ਇੱਥੇ, ਜਦੋਂ ਇਹਨੇ ਪੰਜਾਬ ਦੇ ਲੋਕਾਂ ਬਾਰੇ ਗਲਤ ਟਿੱਪਣੀ ਕੀਤੀ ਸੀ, ਹਿਮਾਚਲ ਦਾ ਇਹ, ਤੇ ਇਸੇ ਵੀਸੀ ਦੇ ਖਿਲਾਫ ਇੱਕ ਉੱਠ ਕੇ ਕੁੜੀ ਨੇ ਵਿਰੋਧ ਕੀਤਾ ਸੀ ਤੇ ਇਸੇ ਵੀਸੀ ਨੂੰ ਉਸੇ ਹਾਲ ਦੇ ਵਿੱਚ ਮਾਫੀ ਮੰਗਣੀ ਪਈ ਸੀ। ਕਮਾਲ ਆ। ਤੁਸੀਂ ਯਾਰ, ਮੈਂ ਕਹਿੰਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਪੰਜਾਬ ਦੇ ਉਹ ਸਿਹਤ ਮੰਤਰੀ ਦਾ, ਚੇਤਨ ਸਿੰਘ ਜੌੜਾ ਮਾਜਰਾ, ਜਿਹਨੂੰ ਕਿਹਾ ਜਾਂਦਾ ਜੀ 12 ਪੜ੍ਹਿਆ ਜੀ 10 ਪੜ੍ਹਿਆ ਨਾ ਪੜ੍ਹਿਆ ਵਾਲੀ ਗੱਲ ਕਿੱਥੇ ਆ ਗਈ ਬਈ। ਇਹਦਾ ਮਤਲਬ ਜਿਹੜਾ ਮਰਜ਼ੀ ਬੰਦਾ ਪੜ੍ਹਿਆ, ਜੇ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ IAS IPS ਹੈ, ਲੋਕਾਂ ਨਾਲ ਜੋ ਮਰਜ਼ੀ ਕਰੀ ਜਾਵੇ। ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਹੈ, ਹੁਣ ਪਤਾ ਲੱਗ ਜੂ ਭਗਵੰਤ ਸਿੰਘ ਪਿੱਛੇ ਹਟਦਾ ਇਸ ਵੀਸੀ ਨੂੰ ਉੱਥੇ ਲਾਉਣਾ ਕਿ ਇਹਦੇ ਖਿਲਾਫ ਕਾਰਵਾਈ ਕਰਦਾ, ਇਹਦੀ ਪੜਤਾਲ ਕਰਾ ਕੇ ਕਿ ਕਿਹੜੇ ਕਿਹੜੇ ਇਹਨੇ ਕੰਮ ਆਪਦੇ ਪਿਛਲੇ 14 ਤੋਂ ਲੈ ਕੇ 8 ਸਾਲਾਂ ਦੇ ਵਿੱਚ ਕਿਹੜੇ ਕਿਹੜੇ ਨੇ ਕੰਮ ਕੀਤੇ ਆ, ਉਹਦੀ ਪੜਤਾਲ ਕਰਕੇ ਉਹਨੂੰ ਜੇਲ੍ਹ ਸਿੱਟਦਾ। ਇਹ ਹੁਣ ਇਹ ਤੇਰੇ ਹੱਥ। ਡਾਕਟਰ ਰਾਜ ਬਹਾਦਰ ਮੇਰੇ ਬੜੇ ਅੱਛੇ ਮਿੱਤਰ ਨੇ। ਕਮਾੜੇ ਦੇ ਚੜ੍ਹਨ ਵਾਲੇ ਹੁੰਦੇ ਹੋ, ਆਓ ਕਰਤਾ ਜੀ ਇੱਥੇ ਕਰਕੇ ਇੱਕ ਵਿਚਾਰਾ ਕੋਈ SI ਸਸਪੈਂਡ, ਕੋਈ ਡਿਸਮਿਸ ਕਰਕੇ ਇੰਸਪੈਕਟਰ, ਉੱਥੋਂ ਤੱਕ ਜ਼ੋਰ ਚੜ੍ਹਦਾ ਹੁੰਦਾ ਜਿਹੜਾ ਤਾਹਾਂ ਤੋਂ ਫਿਰ ਤੁਹਾਡੇ ਮਰੋੜ ਦਿੰਦਾ ਸਾਰਾ ਕੁਛ ਲਿਆ ਕੇ ਦਿੱਲੀ ਤੋਂ ਖੜਕਦੀਆਂ ਨੇ ਤਾਰਾਂ, ਉਹਦੇ ਪਿੱਛੇ ਹਟ ਜਾਂਦੇ ਹੋ। ਉੱਥੇ ਫਿਰ ਮਾਫੀਆਂ ਮੰਗ ਲਾਂਗਾ, ਨਹੀਂ ਜਦੋਂ ਗਲਤ ਹੋਇਆ ਜੀ। ਕਿਉਂ ਗਲਤ ਹੋਇਆ ਯਾਰ ਦੱਸੋ? ਉਹ ਤੁਸੀਂ ਬੈੱਡ ਬਾਈ ਸਾਰਿਆਂ ਨੇ ਦੇਖਿਆ ਹੋਣਾ, ਪੈਣ ਵਾਲਾ ਬੈੱਡ ਹੈਗਾ ਜਿਹਦੇ ਉੱਤੇ ਮਰੀਜ਼ ਪੈਂਦੇ ਆ ਕੇ। ਸੋ ਬੜੇ ਅੱਛੇ ਡਾਕਟਰ ਨੇ, ਪਰ ਕੰਮ ਦੌਰਾਨ ਤਲਖੀਆਂ ਹੋ ਜਾਂਦੀਆਂ ਨੇ। ਪਰ ਮੈਂ ਇਹ ਵੀ ਗੱਲ ਮੰਨਦਾ ਕਿ ਇਸ ਮਾਮਲੇ ਨੂੰ ਵਧੀਆ ਤਰੀਕੇ ਨਾਲ ਵੀ ਹੈਂਡਲ ਕੀਤਾ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ। ਆਪਾਂ ਅੱਜ ਇੱਕ ਦੇਖ ਰਹੇ ਹਾਂ ਕਿ ਜਿਹੜੀ ਘਟਨਾ ਕੱਲ੍ਹ ਵਾਪਰੀ ਆ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਜਿਹੜਾ ਹੈਗਾ, ਉਹ ਮੈਡੀਕਲ ਕਾਲਜ ਫਰੀਦਕੋਟ ਜਾਂਦਾ। ਜਦੋਂ ਉੱਥੇ ਉਹ ਸਾਰਾ ਪ੍ਰਬੰਧ ਦੇਖਦਾ, ਉੱਥੋਂ ਦੇ ਬੈੱਡ ਦੇਖਦਾ, ਉੱਥੋਂ ਦਾ ਸਮਾਨ ਦੇਖਦਾ, ਉੱਥੋਂ ਦਾ ਸਾਰਾ ਜਿਹੜਾ ਸਿਸਟਮ ਦੇਖਦਾ, ਤਾਂ ਉਹਨੂੰ ਬੜਾ ਗੁੱਸਾ ਆਉਂਦਾ। ਤੇ ਗੁੱਸਾ ਆਉਣ ਤੋਂ ਬਾਅਦ ਉੱਥੇ ਉਹ ਜਿਹੜਾ ਵਾਈਸ ਚਾਂਸਲਰ ਆ ਰਾਜ ਬਹਾਦਰ, ਉਹਨੂੰ ਬੁਲਾ ਲੈਂਦਾ। ਤਾਂ ਬੁਲਾ ਕੇ ਇੱਕ ਬੈੱਡ ਦੇ ਉੱਤੇ ਪੈਣ ਲਈ ਕਹਿੰਦਾ ਕਿ ਆਹ ਬੈੱਡ ਦੇ ਉੱਤੇ, ਜਿਹੜੇ ਬੈੱਡ ਦੇ ਉੱਤੇ ਰੋਜ਼ ਇੱਥੇ ਆ ਕੇ ਮਰੀਜ਼ ਜਿਹੜੇ ਵਿਚਾਰੇ ਲਾਚਾਰ ਤੇ ਮਜਬੂਰ ਲੋਕ ਨੇ, ਕੁਝ ਬੋਲ ਨਹੀਂ ਸਕਦੇ, ਉਹ ਇਹਨਾਂ ਬੈੱਡਾਂ ਦੇ ਉੱਤੇ ਪੈਂਦੇ ਆ, ਵੀ ਤੁਸੀਂ ਵੀ ਪੈ ਕੇ ਦਿਖਾਓ। ਤਾਂ ਬੈੱਡ ਤੇ 2 ਜਾਂ 3 ਸਕਿੰਟ ਮੈਨੂੰ ਲੱਗਦਾ ਵਾਈਸ ਚਾਂਸਲਰ ਰਾਜ ਬਹਾਦਰ ਪੈਂਦਾ ਤੇ ਉਸ ਤੋਂ ਬਾਅਦ ਫਿਰ ਚੀਖ ਵੱਜ ਜਾਂਦੀ ਦਿੱਲੀ ਤੱਕ ਲੋਕ ਬੋਲਣਾ ਸ਼ੁਰੂ ਕਰ ਦਿੰਦੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ, ਆਪਾਂ ਸਾਰੀਆਂ ਗੱਲਾਂ ਵਾਰੀ-ਵਾਰੀ ਕਰਾਂਗੇ। ਕੱਲੀ ਗੱਲ ਤੇ ਮੈਂ ਚਾਹੁੰਦਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸਲ ਮਸਲਾ ਕੀ ਆ। ਰਾਜ ਬਹਾਦਰ ਜਿਹੜਾ ਵਾਈਸ ਚਾਂਸਲਰ ਹੈ, ਉਹ 2014 ਤੋਂ ਲੈ ਕੇ ਇੱਥੇ ਲਗਾਤਾਰ ਵੀਸੀ ਲੱਗਿਆ ਹੋਇਆ। 14 ਤੋਂ ਬਾਅਦ ਪਹਿਲਾਂ ਬਾਦਲ ਸਰਕਾਰ, ਫਿਰ ਕਾਂਗਰਸ ਸਰਕਾਰ 5 ਸਾਲ, ਫਿਰ ਉਸ ਤੋਂ ਬਾਅਦ ਹੁਣ ਤੀਜੀ ਸਰਕਾਰ ਆ ਗਈ। 3 ਸਰਕਾਰਾਂ ਦੇ ਵਿੱਚ ਉਹ ਵਾਈਸ ਚਾਂਸਲਰ ਲੱਗਿਆ ਹੋਇਆ। ਤੁਸੀਂ ਇਹ ਦੇਖੋ ਕਿ ਤੁਸੀਂ ਹਸਪਤਾਲ ਦਾ ਸਾਰਾ ਪ੍ਰਬੰਧ ਤਾਂ ਦੇਖ ਹੀ ਲਿਆ ਕਿ ਕੀ ਬੈੱਡਾਂ ਦਾ ਉੱਥੇ ਹਾਲ ਹੈ, ਬੁਰਾ ਹਾਲ ਹੋਇਆ ਪਿਆ। ਉੱਥੇ ਤੜਫਦੇ ਨੇ ਮਰੀਜ਼, ਉੱਥੇ ਕੋਈ ਪ੍ਰਬੰਧ ਨਹੀਂ ਹੈਗਾ। ਕੋਈ ਉੱਥੇ ਜਿਹੜੀਆਂ ਵੀ ਮਸ਼ੀਨਾਂ ਚਾਹੀਦੀਆਂ ਨੇ, ਚਾਹੇ MRI ਵਾਲੀ ਕਰਨ ਵਾਲੀ ਹੈ, ਚਾਹੇ ਉਹ
ਐਕਸਰੇ ਮਸ਼ੀਨਾਂ ਨੇ ਜਾਂ ਹੋਰ ਕਿਸੇ ਪ੍ਰਕਾਰ ਦੀਆਂ ਮਸ਼ੀਨਾਂ ਨੇ ਜਿਹੜੀਆਂ ਚਾਹੀਦੀਆਂ, ਉਹਦਾ ਵੀ ਮਾੜਾ ਹਾਲ ਹੋਇਆ ਪਿਆ ਹੈ। ਲਗਾਤਾਰ ਉੱਥੇ ਬਹੁਤ ਸਮੇਂ ਤੋਂ ਲੈ ਕੇ ਪਿਛਲੇ 8-10 ਸਾਲ 12 ਸਾਲ ਤੋਂ ਲੈ ਕੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ, ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ ਜਥੇਬੰਦੀਆਂ, ਕੈਂਸਰ ਰੋਕੂ ਸੇਵਾ ਸੁਸਾਇਟੀ, ਉੱਥੋਂ ਦਾ ਸਟਾਫ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹੈ ਇਸ ਪ੍ਰਬੰਧ ਦੇ ਖਿਲਾਫ ਜਾਂ ਇਸ ਵਾਈਸ ਚਾਂਸਲਰ ਦੇ ਖਿਲਾਫ। ਤਾਂ ਤੁਸੀਂ ਇਹ ਦੇਖੋ ਕਿ ਇਹਦੇ ਬਾਵਜੂਦ ਵੀ ਉਹ ਵਾਈਸ ਚਾਂਸਲਰ ਆ ਜਿਹੜਾ ਉੱਥੇ ਟਿਕਿਆ ਹੋਇਆ। ਹੁਣ ਨਵੀਂ ਗੱਲ ਇੱਕ ਦੇਖਣ ਚ ਆ ਰਹੀ ਹੈ ਕਿ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਉਹ ਇੱਕ ਡਰਾਮਾ ਹੁੰਦਾ ਹੈ, ਵਾਈਸ ਚਾਂਸਲਰ ਰੋਂਦਾ ਹੈ ਕਿ ਜੀ ਮੈਨੂੰ ਬੈੱਡ ਤੇ ਪਾਤਾ, ਤੂੰ ਵੀ ਇਨਸਾਨ ਹੈ ਤੇ ਉਹ ਵੀ ਇਨਸਾਨ ਨੇ। ਜਿਹੜੇ ਹਜ਼ਾਰਾਂ ਬੰਦੇ ਇੱਥੇ, ਕਈ ਜ਼ਿਲ੍ਹਿਆਂ ਦੇ ਲੋਕ ਇੱਥੇ ਇਲਾਜ ਕਰਾਉਣ ਲਈ ਆਉਂਦੇ ਨੇ, ਉਹ ਵੀ ਇਹਨਾਂ ਬੈੱਡਾਂ 'ਤੇ ਪੈਂਦੇ ਨੇ, ਜਿਹੜੇ ਬੈੱਡਾਂ ਦੇ ਵਿੱਚੋਂ ਮੁਸ਼ਕ ਪਿਆ ਮਾਰਦਾ ਹੈ। ਮੈਂ ਕਹਿੰਦਾ ਕਿ ਕੁੱਤਾ ਵੀ ਨਾ ਬੈਠਦਾ ਉਹਨਾਂ ਬੈੱਡਾਂ 'ਤੇ, ਕਿਉਂਕਿ ਮੈਂ ਉਹ ਹਸਪਤਾਲ ਜਾ ਕੇ ਦੇਖਿਆ, ਉਹਨਾਂ ਬੈੱਡਾਂ ਦੇ ਉੱਤੇ ਤੈਨੂੰ ਪਾਇਆ ਗਿਆ, ਤੇਰਾ ਰੋਣਾ ਨਿਕਲ ਗਿਆ, ਤੈਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ, ਤੂੰ ਚੱਕ ਕੇ ਅਸਤੀਫਾ ਦੇਤਾ, ਨਾਲ ਦੀ ਨਾਲ ਅਸਤੀਫਾ ਤੇਰੇ 2-3 ਜਣੇ ਨੇ ਹੋਰ ਦੇਤਾ ਨਾਲ ਦਿਆਂ ਨੇ। ਇੰਨੇ ਨਾਲ ਹੀ ਭੱਜ ਉੱਠੇ ਸਾਰੇ ਜਿਹੜੇ ਅਖੌਤੀ ਆਪਣੇ ਆਪ ਨੂੰ ਪੰਜਾਬ ਅਤੈਸ਼ੀ ਕਹਾਉਂਦੇ ਆ। ਬਾਦਲ ਲਾਣਾ ਕਹਿੰਦਾ ਬਹੁਤ ਮਾੜਾ ਹੋ ਜੀ, ਵਾਈਸ ਚਾਂਸਲਰ ਦੀ ਬੇਇੱਜ਼ਤੀ ਹੋ ਗਈ ਜੀ ਇਸ ਗੱਲ ਦੇ ਨਾਲ। ਜਾਂ ਕਾਂਗਰਸੀ ਭੱਜ ਉੱਠੇ ਕਿ ਬਹੁਤ ਧੱਕਾ ਹੋਇਆ ਜੀ, ਇਹ ਤਾਂ ਬਹੁਤ ਨੇਕ ਬੰਦਾ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੱਸਣਾ ਚਾਹੁੰਦਾ ਕਿ ਇਹ ਵਾਈਸ ਚਾਂਸਲਰ ਜਿਹੜੇ ਨੇ ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ ਨੇ ਬਾਦਲ ਸਰਕਾਰ ਵੇਲੇ, ਕੀ ਮਾਨ ਸਾਹਿਬ ਦੀ ਪੜਤਾਲ ਕਰਾਉਂਗੇ? ਇਹ ਵਾਈਸ ਚਾਂਸਲਰ ਜਦੋਂ ਜਿਹੜੇ ਕੈਂਸਰ ਦੇ ਡਾਕਟਰ ਸੀ, ਉਹ ਕੈਂਸਰ ਵਾਲੇ ਮਰੀਜ਼ਾਂ ਦੇ ਪੈਸੇ ਖਾ ਗਏ ਸੀ ਕਢਾ ਕੇ, ਬੜਾ ਵੱਡੇ ਪੱਧਰ ਤੇ ਰੌਲਾ ਪਿਆ ਸੀ, ਉਹਦੀ ਇੱਕ ਜਾਂਚ ਕਮੇਟੀ ਬੈਠੀ ਸੀ। ਇਸੇ ਵਾਈਸ ਚਾਂਸਲਰ ਨੇ ਉਹ ਡਾਕਟਰ ਵਾਇਜ਼ਤ ਉਹਨਾਂ ਕੇਸਾਂ ਦੇ ਵਿੱਚੋਂ, ਉਹਨਾਂ ਪੜਤਾਲਾਂ ਦੇ ਵਿੱਚੋਂ ਉਹਨਾਂ ਨੂੰ ਸਾਫ਼ ਪਾਕ ਕਰਕੇ ਕੱਢਿਆ ਸੀ। ਤੇ ਉਸ ਤੋਂ ਬਾਅਦ ਇਸ ਵਾਈਸ ਚਾਂਸਲਰ ਰਾਜ ਬਹਾਦਰ ਨੇ ਉਹੀ ਡਾਕਟਰ ਸਟੇਟ ਸਰਕਾਰ ਕੋਲੋਂ ਸਨਮਾਨਿਤ ਕਰਾਏ ਸੀ। ਇਸੇ ਵਾਈਸ ਚਾਂਸਲਰ ਦੇ ਖਿਲਾਫ ਜਦੋਂ ਸੰਘਰਸ਼ ਵਿੱਢਿਆ ਗਿਆ ਸੀ ਵੱਖ-ਵੱਖ ਜਥੇਬੰਦੀਆਂ ਦੁਆਰਾ, ਤਾਂ ਕਾਂਗਰਸ ਦੀ ਸਰਕਾਰ ਵੇਲੇ ਓਪੀ ਸੋਨੀ ਦੀ ਅਗਵਾਈ ਦੇ ਵਿੱਚ ਇੱਕ ਟੀਮ ਬਣੀ ਸੀ। ਜਦੋਂ ਕਿੱਕੀ ਢਿੱਲੋਂ ਫਰੀਦਕੋਟ ਵਾਲਾ ਜਿਹੜਾ ਐਮਐਲਏ ਰਿਹਾ, ਉਹਨੇ ਵੀ ਰੌਲਾ ਪਾਇਆ ਸੀ, ਪਰ ਇਸ ਵਾਈਸ ਚਾਂਸਲਰ ਨੂੰ ਕੋਈ ਹਿਲਾ ਨਹੀਂ ਸਕਿਆ। ਤੇ ਮਾੜਾ ਜਿਹਾ ਡਰਾਮਾ ਕੀ ਕੀਤਾ, ਅਸਤੀਫਾ ਦੇ ਕੇ ਨਾਲ 2-3 ਹੋਰ ਨੇ ਦੇਤਾ, ਜਿਹਨੂੰ ਪਤਾ ਸੀ ਵੀ ਸਾਡੀ ਨਾ ਵਾਰੀ ਆ ਜੇ, ਅਸੀਂ ਨਾ ਰਗੜੇ ਜਾ ਕੇ, ਤੇ ਨਾਲ ਗੋਡਿਆਂ ਭਾਰ ਆ ਗਈ ਭਗਵੰਤ ਮਾਨ ਦੀ ਸਰਕਾਰ। ਤੁਸੀਂ ਦਿੱਲੀ ਨਾਲ ਮੱਥਾ ਲਾ ਲਓਗੇ ਪੰਜਾਬ ਦੇ ਹੱਕਾਂ ਲਈ, ਜਿਹੜੇ ਇੱਕ ਵੀਸੀ ਤੋਂ ਹੀ ਡਰ ਗਏ, ਨਾਲੇ ਕੋਈ ਇਮਾਨਦਾਰ ਵੀਸੀ ਨਹੀਂ, ਮਹਿਕ ਠੋਕ ਕੇ ਕਹਿੰਦਾ ਲਟੇਰਾ ਵੀਸੀ ਹੈ। ਮੈਂ ਜਾਣਦਾ ਮੇਰੇ ਤੇ ਕਦੇ ਕਿਹੜਾ ਕੇਸ ਨੇ ਕਰਨਾ ਕਿ ਮੈਂ ਇਹਨੂੰ ਗਲਤ ਕਹਿ ਰਿਹਾ। ਸਾਰਾ ਸਟਾਫ ਇਹਦੇ ਖਿਲਾਫ ਹੈ, ਉੱਥੇ 300 ਬੰਦਾ ਸਟਾਫ ਦਾ ਇਹਦੇ ਖਿਲਾਫ ਧਰਨੇ ਤੇ ਬੈਠਾ ਹੈ, ਇਹਦੇ ਖਿਲਾਫ ਮੁਜ਼ਾਹਰਾ ਕਰ ਰਿਹਾ ਹੈ। ਕਿਉਂ ਕਰ ਰਿਹਾ ਹੈ? ਇਹੀ ਵੀਸੀ ਸੈਮੀਨਾਰ ਸੀ ਫਰੀਦਕੋਟ ਦੇ ਅੰਦਰ ਇੱਥੇ, ਜਦੋਂ ਇਹਨੇ ਪੰਜਾਬ ਦੇ ਲੋਕਾਂ ਬਾਰੇ ਗਲਤ ਟਿੱਪਣੀ ਕੀਤੀ ਸੀ, ਹਿਮਾਚਲ ਦਾ ਇਹ, ਤੇ ਇਸੇ ਵੀਸੀ ਦੇ ਖਿਲਾਫ ਇੱਕ ਕੁੜੀ ਨੇ ਵਿਰੋਧ ਕੀਤਾ ਸੀ, ਤੇ ਇਸੇ ਵੀਸੀ ਨੂੰ ਉਸੇ ਹਾਲ ਦੇ ਵਿੱਚ ਮਾਫੀ ਮੰਗਣੀ ਪਈ ਸੀ। ਕਮਾਲ ਆ। ਤੁਸੀਂ ਯਾਰ, ਮੈਂ ਕਹਿੰਦਾ, ਮੈਂ ਇਸ ਗੱਲੋਂ ਧੰਨਵਾਦ ਕਰਦਾ ਪੰਜਾਬ ਦੇ ਉਹ ਸਿਹਤ ਮੰਤਰੀ ਦਾ, ਚੇਤਨ ਸਿੰਘ ਜੌੜਾ ਮਾਜਰਾ, ਜਿਹਨੂੰ ਕਿਹਾ ਜਾਂਦਾ ਜੀ 12 ਪੜ੍ਹਿਆ ਜੀ 10 ਪੜ੍ਹਿਆ ਨਾ ਪੜ੍ਹਿਆ ਵਾਲੀ ਗੱਲ ਕਿੱਥੇ ਆ ਗਈ ਬਈ? ਇਹਦਾ ਮਤਲਬ ਜਿਹੜਾ ਮਰਜ਼ੀ ਬੰਦਾ ਪੜ੍ਹਿਆ, ਜੇ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ IAS IPS ਹੈ, ਲੋਕਾਂ ਨਾਲ ਜੋ ਮਰਜ਼ੀ ਕਰੀ ਜਾਵੇ, ਜੋ ਮਰਜ਼ੀ ਲੁੱਟੀ ਜਾਵੇ ਲੋਕਾਂ ਨੂੰ, ਜੋ ਮਰਜ਼ੀ ਉੱਥੇ ਪ੍ਰਬੰਧ ਦਾ ਮਾੜਾ ਹਾਲ ਕਰੀ ਰੱਖੇ, ਉਹਨੂੰ ਕੁਝ ਨਹੀਂ ਕਰਨਾ ਚਾਹੀਦਾ। 10-12 ਵਾਲੀ ਗੱਲ ਇੱਥੇ ਕਿੱਥੇ ਆ ਗਈ? ਹੁਣ ਦੂਜਾ ਖੇਖਣ ਕਰਦੇ ਉੱਥੇ ਕਾਂਗਰਸੀ ਜਾ ਕੇ, ਫਿਰ ਤੁਹਾਡਾ ਮੰਤਰੀ ਜਿਹੜਾ ਓਪੀ ਸੋਨੀ, ਉਹਨੇ ਕਿਉਂ ਜਾਂਚ ਕਮੇਟੀ ਬਿਠਾਈ ਸੀ? ਕਿਉਂ ਤੁਹਾਡਾ ਕਿੱਕੀ ਢਿੱਲੋਂ ਦੇ ਖਿਲਾਫ ਰੌਲਾ ਪਾਉਂਦਾ ਸੀ? ਉਹ ਸਾਰੀਆਂ ਪੜਤਾਲਾਂ ਬੜਦੋਲਾ ਵਿੱਚ ਹੀ ਰਹਿ ਗਈਆਂ। ਰਾਜੇ ਬੜੇ ਕਰਕੇ ਖੇਖਣ ਕਰਦੇ ਆ। ਸ਼ਰਮ ਕਰੋ, ਸ਼ਰਮ ਕਰੋ। ਸਿਰਫ ਵਿਰੋਧ ਕਰਨ ਲਈ ਹੀ ਵਿਰੋਧ ਨਹੀਂ ਕਰਨਾ ਹੁੰਦਾ। ਮੈਂ ਕੋਈ ਹਮੈਤੀ ਨਹੀਂ ਹੈਗਾ ਝਾੜੂ ਵਾਲਿਆਂ ਦਾ, ਪਰ ਜਿਹੜੀ ਗੱਲ ਉਹ ਕੀਤੀ ਆ
ਸਿਹਤ ਮੰਤਰੀ ਨੇ ਉਹਦੇ ਨਾਲ ਮੈਂ 100 ਨਹੀਂ 1000 ਰੁਪਏ ਦੀ ਸਹਿਮਤ ਹਾਂ। ਉੱਥੇ ਕੋਈ ਵੀ ਮੇਰੇ ਵਰਗਾ ਹੁੰਦਾ ਨਾ ਤਾਂ ਹੌਸਲਾ ਗਲ ਫੜ ਲੈਂਦਾ। ਹੁਣ ਤਾਂ ਬੈੱਡ 'ਤੇ ਪਾਇਆ, ਕਿਉਂਕਿ ਉੱਥੇ ਲੋਕਾਂ ਦੇ ਹਾਲ ਜਾ ਕੇ ਦੇਖੋ, ਜਿਹੜੇ ਹਜ਼ਾਰਾਂ ਬੰਦੇ ਉੱਥੇ ਇਸ ਬਿਨਾਂ ਪ੍ਰਬੰਧ ਤੋਂ ਬਿਨਾਂ ਇਲਾਜ ਤੋਂ ਐਂ ਮਰ ਜਾਂਦੇ ਆ ਸਿਸਕ ਸਿਸਕ ਕੇ। ਤੇ ਰਾਜਾ ਵੜਿੰਗ ਕਹੀ ਜਾਂਦਾ ਉੱਥੇ ਖੜਾ ਕਿ ਸਰਕਾਰ ਜੀ ਪ੍ਰਬੰਧ ਕਰੇ ਜੀ, ਸਰਕਾਰ ਪੈਸੇ ਦੇਵੇ ਜੀ। ਦੱਸ ਦੇਣਾ ਰਾਜਾ ਵੜਿੰਗ ਸਾਹਿਬ, ਸੁਣ ਲਓ, ਤੇਰੀ ਵੀ ਸਰਕਾਰ ਰਹੀ ਹੈ, ਤੈਨੂੰ ਪਤਾ ਹੋਣਾ ਹੈ। ਇੰਨਾ ਹਰਾਮਪਣਾ ਨਾ ਕਰਿਆ ਕਰੋ। ਇਹ ਖੁਦ ਮੁਖਤਿਆਰ ਸੰਸਥਾ ਹੈ, ਇਹਦਾ ਕਰਤਾ ਧਰਤਾ VC ਹੈ। ਇਹਦੇ ਅੰਡਰ, ਇਸ ਯੂਨੀਵਰਸਿਟੀ ਦੇ ਅੰਡਰ, ਇਹਦੇ ਅਧੀਨ ਕਈ ਮੈਡੀਕਲ ਕਾਲਜ ਆਉਂਦੇ ਆ ਜਿਹੜੇ ਲੱਖਾਂ ਰੁਪਈਆ ਇੱਕ ਮੈਡੀਕਲ ਸੀਟ ਦੇ ਨੇ, ਤੇ ਕਰੋੜਾਂ ਰੁਪਈਆ ਫੰਡ ਹੈ ਯੂਨੀਵਰਸਿਟੀ ਕੋਲੇ, ਜਿਹਦਾ ਮਾਲਕ 3 ਕਰੇ 5 ਕਰੇ ਇਹ VC ਆ, ਵਾਈਸ ਚਾਂਸਲਰ ਹੈ। ਜੇ ਸਟੂਡੈਂਟ ਨੂੰ 5 ਪੈਸੇ ਵੀ ਪਾਸ ਕਰਾਉਣੇ ਸਟੂਡੈਂਟ ਨੇ ਤਾਂ VC ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਇੱਥੇ ਸਰਕਾਰ ਨੇ ਨਹੀਂ ਕੁਝ ਦੇਣਾ ਕਰਨਾ ਹੁੰਦਾ, ਇੱਥੇ VC ਨੇ ਸਾਰਾ ਕੁਝ ਕਰਨਾ ਹੈ। ਇਹ ਆਪ ਦੇ ਮਾਲਕ ਆਪ ਹੈ। ਤੇ ਜਿੱਥੇ ਤੂੰ ਜਾ ਕੇ ਡਰਾਮੇ ਕਰ ਰਿਹਾ ਕਿ ਜੀ ਦੇਖੋ ਇਹਦਾ ਸਰਕਾਰ ਕਰੇ, VC ਦਾ ਕਸੂਰ ਹੈ। 14 ਤੋਂ ਲੈ ਕੇ VC ਲੱਗਿਆ ਹੋਇਆ, ਕਿੰਨੀਆਂ ਸਰਕਾਰਾਂ ਲੰਘੀਆਂ। ਆਹ ਹੁਣ ਡਰਾਮਾ ਹੋਇਆ, ਆ ਦੇਖਦੇ ਆ, ਤੁਸੀਂ ਦੇਖ ਲਓ। ਆ ਸਰਕਾਰ ਦਾ ਤੁਸੀਂ ਤਾਂ ਪਤੰਦਰ ਮਿੰਟ ਲਾਉਂਦੇ ਹੋ। ਉਹ ਭਗਵੰਤ ਸਿਆਂ ਐਂ ਲੜੇਗਾ ਸੈਂਟਰ ਦੇ ਨਾਲ, ਜਿਹੜੇ ਸਾਡੇ ਡੈਮ ਖੋਹ ਕੇ ਲੈ ਗਏ, ਪਾਣੀ ਖੋਹ ਕੇ ਲੈ ਗਏ, ਰਾਜਧਾਨੀ ਦੱਬਲੀ, ਯੂਨੀਵਰਸਿਟੀ ਖੋਹਣ ਨੂੰ ਫਿਰਦੇ ਆ, ਰੋਜ਼ ਨਵਾਂ ਪੰਜਾਬ ਦੇ ਉੱਤੇ ਕੋਈ ਡਾਕਾ ਮਾਰਦੇ ਆ। ਐਂ ਲੜੋਗੇ? ਇੱਕ VC ਦੇ ਅਸਤੀਫੇ ਤੋਂ ਦੇਣ ਤੋਂ ਬਾਅਦ ਹੀ ਮਾਫੀਆਂ ਮੰਗਣ ਤੇ ਆ ਗਏ। ਐ ਪੰਜਾਬ ਤੁਹਾਡੇ, ਤੁਹਾਨੂੰ ਕੀ ਲੱਗਦਾ ਪੰਜਾਬ ਐ ਸੂਤ ਹੋ ਜਾਊਗਾ? ਜਿੰਨੇ ਇਹ ਲੋਕ ਬੈਠੇ ਨੇ, ਜਿੰਨਾ ਬਿਊਰੋਕਰੇਟ ਬੈਠਾ ਹੈ, ਜਿੰਨੀ ਅਫਸਰਸ਼ਾਹੀ ਬੈਠੀ ਹੈ, ਮੈਂ ਨਹੀਂ ਕਹਿੰਦਾ ਪੰਜੇ ਉਂਗਲਾਂ ਇੱਕੋ ਜਿਹੀਆਂ ਨੇ, ਪਰ ਨਾ ਮਾਤਰ ਹੋਣਗੇ, ਬਹੁਤ ਥੋੜੇ ਹੋਣਗੇ ਗਿਣਤੀ ਦੇ ਜਿਹੜੇ ਇਮਾਨਦਾਰ ਹੋਣਗੇ, ਜਿਹੜੇ ਬਿਊਰੋਕਰੇਟ ਜਿਹੜੀ ਅਫਸਰਸ਼ਾਹੀ 'ਚ ਬੈਠੇ ਨੇ। ਸਭ ਤੋਂ ਵੱਧ ਭ੍ਰਿਸ਼ਟਾਚਾਰ ਇਹ ਨੇ। ਨੱਥ ਪਾ ਕੇ ਦਿਖਾਓ, ਹੱਥ ਪਾ ਕੇ ਦਿਖਾਓ। ਸਾਰੇ ਯੂਨੀਅਨਾਂ ਬਣਾਈ ਬੈਠੇ ਐ, ਇੱਕ ਦੇ ਗੱਲ ਆਉਂਦੀ ਆ ਨਾਲ ਹੀ ਨਾਲ ਦੂਜੇ ਅਸਤੀਫਾ ਦੇਣ ਨੂੰ ਤਿਆਰ ਹੋ ਜਾਂਦੇ ਆ, ਅਸਤੀਫਾ ਦੇ ਦਿੰਦੇ ਆ। ਤੁਸੀਂ ਨਾਲ ਹੀ ਨਾਲ ਇੱਕ ਕਦਮ ਗਾਂਹ ਨੂੰ ਕੱਢਦੇ ਆ, 4 ਪਿੱਛੇ ਹਟ ਜਾਂਦੇ ਆ। ਇਹ ਸਰਕਾਰ ਹੁੰਦੀ ਹੈ? ਐਂ ਚੱਲੂ ਕੰਮ? ਕਿਸੇ ਨੂੰ ਅਸਤੀਫੇ ਨਹੀਂ ਡਰਾ ਲਿਆ ਅਗਲੇ ਨੇ ਤੇ ਮਾਫੀਆਂ ਤੇ ਆ ਗਏ। ਕਿਉਂ ਨਹੀਂ ਵਿਰੋਧੀਆਂ ਨੂੰ ਠੋਕ ਕੇ ਕਹਿੰਦੇ ਕਿ ਬੰਦਾ ਗਲਤ ਆ? ਮੈਂ ਦੇਣਦਾਰ ਹਾਂ ਇਸ VC ਦੀ, ਮੈਨੂੰ ਜਿਹੜੇ ਮਰਜ਼ੀ ਕਟਹਿਰੇ 'ਚ ਖੜੇ ਕਰ ਲਿਓ। ਜੇ ਇਹ VC ਨਾ ਉਹਨਾਂ ਗੱਲਾਂ ਦਾ ਦੋਸ਼ੀ ਨਿਕਲਿਆ ਜਿਹੜੀਆਂ ਮੈਂ ਕਹਿੰਦਾ ਗੈਰ ਕਾਨੂੰਨੀ ਬਾਦਲ ਸਰਕਾਰ ਵੇਲੇ ਨੇ ਨਿਯੁਕਤੀਆਂ ਕੀਤੀਆਂ, ਬੇਬੁਨਿਆਦ ਇਹਨੇ ਪ੍ਰਮੋਸ਼ਨਾਂ ਦਿੱਤੀਆਂ, ਬਿਨਾਂ ਗੱਲ ਤੋਂ ਜਿੱਥੇ ਪ੍ਰਮੋਸ਼ਨ ਨਹੀਂ ਬਣਦੀ, ਤਰੱਕੀ ਨਹੀਂ ਬਣਦੀ, ਉਹ ਦਿੱਤੀਆਂ ਨੇ ਇਸੇ VC ਨੇ, ਇਸੇ ਵਾਈਸ ਚਾਂਸਲਰ ਨੇ, ਸਰਕਾਰਾਂ ਦੇ ਕਹਿਣ ਦੇ ਉੱਤੇ ਇਹ ਕੁਰਸੀ ਤੇ ਟਿਕੇ ਰਹਿਣ ਦੀ ਖਾਤਰ। ਕਰਾ ਕੇ ਦਿਖਾਓ ਪੜਤਾਲ। ਨਹੀਂ ਹੁਣ ਤੁਸੀਂ ਕਹਿ ਦੋਗੇ ਬਸ। ਮੈਂ ਹੁਣ ਹੋਰ ਦੱਸਦਾ ਪੰਜਾਬ ਦੇ ਲੋਕੋ, ਤੁਸੀਂ ਗੱਲ ਯਾਦ ਰੱਖਿਓ ਮੇਰੀ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾਈਸ ਚਾਂਸਲਰ ਰਾਜ ਬਹਾਦਰ ਅਸਤੀਫਾ ਦੇ ਕੇ ਗਿਆ, ਇਹੀ ਸਰਕਾਰ ਉਹਨੂੰ ਵਾਪਸ ਲਿਆਊਗੀ, ਉੱਥੇ ਹੀ VC ਲਾਊਗੀ। ਇਹ ਗੱਲ ਯਾਦ ਰੱਖਿਓ। ਇਹ ਇੰਨਾ ਕਹਿੰਦਾ ਚ ਕੰਮ ਤੱਕ ਕਣ ਕੰਡਾ ਇਹਨਾਂ 'ਚ। ਅੱਜ ਮੈਂ ਕਹਿੰਦਾ, ਅੱਜ ਪੰਜਾਬ ਦੇ ਲੋਕਾਂ ਨੂੰ ਚੇਤਨ ਸਿੰਘ ਜੌੜਾ ਮਾਜਰਾ ਨਾਲ ਖੜਨਾ ਚਾਹੀਦਾ। ਜਿਹੜੇ ਬੰਦੇ ਨੇ ਐਡਾ ਵਧੀਆ, ਜਿਹੜਾ ਇਹਦੀ ਵਾਹ ਵੱਲ ਨਹੀਂ ਝਾਕਦਾ, ਜਿਹੜੀਆਂ ਸਰਕਾਰਾਂ 'ਚ ਬਾਦਲਾਂ ਵੇਲੇ ਵੀ, ਕਾਂਗਰਸੀਆਂ ਵੇਲੇ ਵੀ, ਉਹ ਦਿੱਲੀ ਤੋਂ ਬੈਠੇ BJP ਵਾਲੇ ਬੋਲੀ ਜਾਂਦੇ ਆ ਬਹੁਤ ਮੋੜਾ ਹੋ ਗਿਆ ਜੀ, VC ਨੂੰ ਐਂ ਪਤਾ ਜੀ VC ਖੁਦਾ ਬੰਦਾ ਹੀ ਹੈ। ਹਜ਼ਾਰਾਂ ਮਰਦੇ ਆ ਉੱਥੇ ਸਿਸ ਕੇ, ਤੇ ਇੰਨਾ ਉੱਥੇ ਖੜਨ ਨੂੰ ਜੀ ਨਹੀਂ ਕਰਦਾ। ਜਾ ਕੇ ਦੇਖੋ ਗੁਦਰਖਾਨੇ 'ਚ ਕਿੰਨਾ ਮੁਸ਼ਕ ਮਾਰਦਾ। ਤੇ ਜਿਹੜੇ ਕਮਰਿਆਂ 'ਚ ਮਰੀਜ਼ਾਂ ਨੂੰ ਰੱਖਦੇ ਉੱਥੇ ਦੂਰ ਨਹੀਂ ਖੜ ਸਕਦਾ ਬੰਦਾ, ਉੱਥੇ 20 ਕਰਮਾਂ ਦੇ ਉੱਥੋਂ। ਤੇ ਮੋਬਾਈਲਾਂ ਦਾ ਲਾਈਟਾਂ ਲਾ ਉੱਥੇ ਟਾਂਕੇ ਲਾਉਂਦੇ ਆ। ਇਹਦਾ ਹਾਲ ਕਰ ਰੱਖਿਆ ਉੱਥੇ ਇਹਨਾਂ ਨੇ ਕਾਲਜ ਦਾ, ਹਸਪਤਾਲ ਦਾ। ਤੇ ਤੁਸੀਂ ਆ ਸਾਰੇ ਅੱਜ ਜਿਉਂ ਲੱਗੇ ਸਿਆਸਤ ਕਰਨ ਤੜਕੇ ਦੇ, ਬਾਦਲ ਵਾਲੇ ਵੀ, ਕਾਂਗਰਸੀ ਵੀ, BJP ਵਾਲੇ ਵੀ, ਬਹੁਤ ਮਾੜਾ ਹੋ ਗਿਆ ਜੀ, VC ਨੂੰ ਐਂ ਨਹੀਂ ਸੀ ਪਾਉਣਾ ਚਾਹੀਦਾ ਜੀ। ਕਿਉਂ? ਉਹ ਕਿਸੇ ਦੇ ਉਹ ਇਨਸਾਨ ਨਹੀਂ ਹੈਗੇ, ਉਹ ਕਿਸੇ ਦੇ ਭੈਣ ਭਾਈ, ਕਿਸੇ ਦੇ ਮਾਂ-ਬਾਪ ਨਹੀਂ ਹੈਗੇ ਜਿਹੜੇ ਉੱਥੇ ਪੈਂਦੇ ਆ ਰੋਜ਼ ਲੋਕ ਆ ਕੇ। ਕਦੇ ਗੇੜਾ ਮਾਰੋ, ਗੇੜਾ ਹਸਪਤਾਲ ਦਾ ਗੇੜਾ ਮਾਰ ਕੇ ਆਓ। ਵਿਰੋਧ ਕਰਨ ਵਾਲੇ ਜਿਹੜੇ ਕਹਿੰਦੇ VC ਲੰਮਾ ਪਾਤਾ, VC ਬੈੱਡ ਤੇ ਕਿਉਂ ਪਾਤਾ, ਜਾ ਕੇ ਦੇਖ ਕੇ ਆਓ ਕਦੇ।
ਹਸਪਤਾਲ ਦੇ ਬਾਹਰ 'ਚ ਹੀ ਖੜ੍ਹ ਜਾਓ, ਜਾ ਕੇ ਅੰਦਰ ਦਾ ਵੜਨਾ ਦੂਰ ਦੀ ਗੱਲ ਹੈ। ਤੁਹਾਨੂੰ ਪਤਾ ਲੱਗ ਜੂ ਹਾਲਾਤ ਉੱਥੇ ਕੀ ਆ। ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦਾ, ਕੀ ਮਾਨ ਸਾਹਿਬ ਇਹਨਾਂ ਗੱਲਾਂ ਦੀ ਪੜਤਾਲ ਹੋਊਗੀ ਕਿ ਇਹਨੇ ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ, ਇਹਨੇ ਪ੍ਰਮੋਸ਼ਨਾਂ ਦਿੱਤੀਆਂ, ਤਰੱਕੀਆਂ ਦਿੱਤੀਆਂ ਜਿਹੜੀਆਂ ਨਹੀਂ ਬਣਦੀਆਂ ਸੀਗੀਆਂ, ਪਿਛਲੇ ਸਰਕਾਰਾਂ ਦੇ ਬੰਦਿਆਂ ਦੇ ਕਹਿਣ 'ਤੇ ਦਿੱਤੀਆਂ, ਇਹਨੇ ਬਹੁਤ ਵੱਡੇ ਘਟਾਲੇ ਉੱਥੇ ਕੀਤੇ ਹੈ। ਕੀ ਇਹਦੀ ਪੜਤਾਲ ਕਰਾਉਂਗੇ? ਕੀ ਖੁਦ ਮੈਂ ਚਾਹੁੰਦਾ ਕਿ ਖੁਦ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਕਾਲਜ ਦਾ, ਉਸ ਹਸਪਤਾਲ ਦਾ ਗੇੜਾ ਮਾਰ ਕੇ ਆਵੇ, ਉਹਨੂੰ ਖੁਦ ਨੂੰ ਪਤਾ ਲੱਗ ਜਾਣਾ ਕਿ ਉੱਥੇ ਹਾਲਾਤ ਕੀ ਨੇ। ਮਾਨ ਸਾਹਿਬ ਐ ਨਹੀਂ ਗੱਲ ਚੱਲਣੀ, ਐ ਤਾਂ ਕੱਲ ਨੂੰ ਇਹਨਾਂ ਨੂੰ ਮੂੰਹ ਪੈਣਾ, ਗੱਲ ਯਾਦ ਰੱਖਿਓ। ਇਹ ਲਟੇਰੇ ਨੇ ਜਿਹੜੇ ਇਕੱਠੇ ਹੋਏ ਨੇ, ਜਿਹੜੇ ਐ ਉੱਤੇ ਸਾਡੇ ਕੁੰਡਲੀਆ ਸੱਪ ਬਣੇ ਬੈਠਾ, ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਨੇ, ਜਿਹੜੇ ਲੋਕਾਂ ਦੇ ਨਾਲ ਰੋਜ਼ ਖੇਡਦੇ ਨੇ, ਲੋਕਾਂ ਦੀਆਂ ਜ਼ਿੰਦਗੀਆਂ ਜਾਨਾਂ ਦੇ ਨਾਲ, ਲੋਕਾਂ ਦੇ ਆਤਮ ਸਨਮਾਨ ਦੇ ਨਾਲ, ਲੋਕਾਂ ਦੀਆਂ ਸਿਹਤਾਂ ਦੇ ਨਾਲ ਜਿਹੜੇ ਲੋਕ ਖੇਡਦੇ ਨੇ। ਇਹਨਾਂ ਲੋਕਾਂ ਨੂੰ ਐ ਨੱਥ ਨਹੀਂ ਪੈਣੀ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਮਾੜਾ ਜਿਹਾ ਵਿਰੋਧ ਹੋਇਆ ਸਰਕਾਰ ਪਿੱਛੇ ਹਟ ਜਾਂਦੀ ਹੈ, ਮਾੜੀ ਜਿਹੀ ਗੱਲ ਉੱਠੀ ਸਰਕਾਰ ਪਿੱਛੇ ਹਟ ਜਾਂਦੀ ਹੈ। ਇਹ ਤਾਂ ਇਕੱਠੇ ਨੇ, ਇਹਨਾਂ ਦਾ ਇੱਥੋਂ ਮੂੰਹ ਪੈ ਜਾਣਾ। ਲੈ ਅੱਜ ਤੁਸੀਂ ਮਾਫੀ ਮੰਗ ਲਈ ਇਸੇ ਪੀਸੀ ਤੋਂ, ਇਸੇ ਨੂੰ ਵਾਪਸ ਲਿਆਓਗੇ, ਕੱਲ ਨੂੰ ਜਿਹੜੇ ਨੂੰ ਵੀ ਹੱਥ ਪਾਓਗੇ ਉਹਦੀ 4 ਹੋਰ ਅਸਤੀਫਾ ਦੇ ਕਹਿ ਦਾਂਗੇ, ਦੱਸ ਬਈ ਦੇ ਅਸਤੀਫਾ, ਦੇ ਕਿੱਡੀ ਗੱਲ ਆ। ਅਸਤੀਫਾ ਤੈਨੂੰ ਖੁਦ ਕੱਢਣਾ ਚਾਹੀਦਾ ਸੀ। ਮੈਂ ਤਾਂ ਕਹਿੰਦਾ ਇਸ ਪੀਸੀ ਨੂੰ ਕੱਢ ਕੇ ਦੀ ਪੜਤਾਲ ਕਰਾ, ਇਹਨੂੰ ਜੇਲ੍ਹ ਸੱਟਣਾ ਚਾਹੀਦਾ। ਤੁਸੀਂ ਇਹਦੋਂ ਮਾਫੀਆਂ ਮੰਗੀ ਜਾਂਦੇ ਹੋ। ਸੋ ਇਸ ਕਰਕੇ ਮੈਂ ਵਿਰੋਧੀਆਂ ਨੂੰ ਵੀ ਕਹਿਣਾ ਚਾਹੁੰਦਾ, ਬਥੇਰੇ ਮੁੱਦੇ ਨੇ ਘੇਰਨ ਵਾਲੇ ਸਰਕਾਰ ਨੂੰ। ਮੈਂ ਵੀ ਜਿੱਥੇ ਸਰਕਾਰ ਗਲਤ ਕਰਦੀ ਹੈ ਇਹਦੇ ਖਿਲਾਫ ਬੋਲਦਾ, ਪਰ ਜੋ ਇਸ ਸਰਕਾਰ ਦੇ ਸਿਹਤ ਮੰਤਰੀ ਨੇ ਕੀਤਾ ਉਹ ਬਹੁਤ ਵਧੀਆ ਕੀਤਾ, ਔਰ ਉਸ ਬੰਦੇ ਨੂੰ ਸਲਾਮ ਆ, ਉਹਦੇ ਹੌਸਲੇ ਨੂੰ, ਕਿ ਉਹਨੇ ਇਹਨੂੰ ਹੱਥ ਪਾਇਆ ਤੇ ਨਹੀਂ ਕਿਸੇ ਮੁੱਖ ਮੰਤਰੀ ਦੀ ਮਜਾਲ ਨਹੀਂ ਹੋਈ ਕਿ ਇਹਦੇ ਵੱਲ ਝਾਕ ਜੇ। ਸਾਨੂੰ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਜਿਹੜੇ ਨੇੜਲੇ ਆਪਣੇ 5-7 ਜ਼ਿਲ੍ਹੇ ਆ, ਬਠਿੰਡਾ, ਮੋਗਾ, ਫਰੀਦਕੋਟ ਆ, ਫਿਰੋਜ਼ਪੁਰ ਆ, ਮੁਕਤਸਰ ਆ, ਘੱਟੋ ਘੱਟ 5-7 ਜ਼ਿਲ੍ਹੇ ਜਿਹੜੇ ਆਲੇ ਦੁਆਲੇ ਉੱਥੇ ਜਾਂਦੇ ਆ ਇਲਾਜ ਕਰਾਉਣ, ਉਹਨਾਂ ਲੋਕਾਂ ਨੂੰ ਖੜਨਾ ਚਾਹੀਦਾ ਇਸ ਗੱਲ ਦੇ ਲਈ ਕਿ ਇਹ ਵੀਸੀ ਇੱਥੇ ਨਹੀਂ ਰਹਿਣਾ ਚਾਹੀਦਾ। ਇਹਦੇ ਖਿਲਾਫ ਲੰਮੇ ਸਮੇਂ ਤੋਂ ਲੈ ਕੇ ਸੰਘਰਸ਼ ਹੁੰਦਾ ਆਇਆ, ਪਰ ਕੋਈ ਹੱਲ ਨਹੀਂ ਹੋਇਆ, ਕਿਉਂਕਿ ਇਹਦੀ ਪਹੁੰਚ ਉੱਪਰ ਤੱਕ ਹੈ, ਪਹੁੰਚ ਦਿੱਲੀ ਤੱਕ ਹੈ। ਇਸੇ ਕਰਕੇ ਹਿੱਲਿਆ ਨਹੀਂ। ਹੁਣ ਡਰਾਮਾ ਖੇਡਿਆ, ਰੋਹ ਪਿਆ ਜੀ ਵੀਸੀ ਦਾ ਰੋਣ ਆ ਗਿਆ। ਠੀਕ ਹੈ, ਵੀਸੀ ਬੰਦਾ, ਇਹ ਇਨਸਾਨ ਹੈ, ਇਹ ਜਾਨ ਵੀ ਹੈ। ਜਿਹੜੇ ਦੂਜੇ ਇਨਸਾਨ ਨਹੀਂ ਨਾ, ਉਹਨਾਂ ਜਾਨ ਆ ਬਈ, ਉਹ ਤਾਂ ਤੁਰੇ ਫਿਰਦੇ ਉਵੇਂ ਲੋਕ, ਬਸ ਉਹਨਾਂ ਦੀ ਕੋਈ ਪਰਵਾਹ ਨਹੀਂ। ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਹੈ, ਹੁਣ ਪਤਾ ਲੱਗ ਜੂ ਭਗਵੰਤ ਸਿੰਘ ਪਿੱਛੇ ਹਟਦਾ, ਇਸ ਵੀਸੀ ਨੂੰ ਉੱਥੇ ਲਾਉਣਾ ਕਿ ਇਹਦੇ ਖਿਲਾਫ ਕਾਰਵਾਈ ਕਰਦਾ, ਇਹਦੀ ਪੜਤਾਲ ਕਰਾ ਕੇ ਕਿ ਕਿਹੜੇ ਇਹਨੇ ਕੰਮ ਆਪਦੇ ਪਿਛਲੇ 14 ਤੋਂ ਲੈ ਕੇ 8 ਸਾਲਾਂ ਦੇ ਵਿੱਚ ਕਿਹੜੇ ਨੇ ਕੰਮ ਕੀਤੇ ਆ, ਉਹਦੀ ਪੜਤਾਲ ਕਰਕੇ ਹੁਣ ਜੇਲ੍ਹ ਸਿੱਟਦਾ। ਇਹ ਹੁਣ ਇਹ ਤੇਰੇ ਹੱਥ, ਕਮਾੜੇ ਦੇ ਚੜ੍ਹਨ ਵਾਲੇ ਹੁੰਦੇ ਹੋ। ਆਓ ਕਰਤਾ ਜੀ ਇੱਥੇ ਕਰਕੇ, ਇੱਕ ਵਿਚਾਰਾ ਕੋਈ ਐਸਆਈ ਸਸਪੈਂਡ, ਕੋਈ ਡਿਸਮਿਸ ਕਰਕੇ, ਇੰਸਪੈਕਟਰ, ਉੱਥੋਂ ਤੱਕ ਜ਼ੋਰ ਚੜ੍ਹਦਾ ਹੁੰਦਾ, ਜਿਹੜਾ ਤਾਹਾਂ ਤੋਂ ਫਿਰ ਤੁਹਾਡੇ ਮਰੋੜ ਦਿੰਦਾ, ਸਾਰਾ ਕੁਛ ਲਿਆ ਕੇ ਦਿੱਲੀ ਤੋਂ ਖੜਕਦੀਆਂ ਨੇ ਤਾਰਾਂ, ਉਹਦੇ ਪਿੱਛੇ ਹਟ ਜਾਂਦੇ ਹੋ। ਉੱਥੇ ਫਿਰ ਮਾਫੀਆਂ ਮੰਗ ਲਾਂਗਾ, ਨਹੀਂ ਜਦੋਂ ਗਲਤ ਹੋਇਆ ਜੀ। ਕਿਉਂ ਗਲਤ ਹੋਇਆ ਯਾਰ, ਦੱਸੋ। ਉਹ ਤੁਸੀਂ ਬੈੱਡ ਬਾਈ ਸਾਰਿਆਂ ਨੇ ਦੇਖਿਆ ਹੋਣਾ, ਪੈਣ ਵਾਲਾ ਬੈੱਡ ਹੈਗਾ ਜਿਹਦੇ ਉੱਤੇ ਮਰੀਜ਼ ਪੈਂਦੇ ਆ ਕੇ। ਆਓ ਪੰਜਾਬ ਦੇ ਲੋਕੋ, ਤੁਸੀਂ ਵੀ ਕੁਛ ਕਰ ਸਕਦੇ ਹੋ ਪੰਜਾਬ ਲਈ। ਉੱਠ ਕੇ ਇਹੋ ਜਿਹੀਆਂ ਗੱਲਾਂ ਦਾ ਵਿਰੋਧ ਕਰਿਆ ਕਰੋ। ਜਿੱਥੇ ਕੋਈ ਬੰਦਾ ਚੰਗਾ ਕੰਮ ਕਰਦਾ, ਜਿਹੜੀ ਵੀ ਸਰਕਾਰ ਦਾ ਕਰਦਾ, ਉਹਦਾ ਸਾਥ ਦਿਓ। ਤੇ ਆਹ ਜਿਹੜੇ ਬੇਸ਼ਰਮ ਲੋਕ ਨੇ, ਜਿਨ੍ਹਾਂ ਦੀ ਕੋਈ ਜ਼ਮੀਰ ਨਹੀਂ ਹੈਗੀ, ਕੋਈ ਆਤਮਾ ਨਹੀਂ ਹੈਗੀ, ਇਹਨਾਂ ਨੂੰ ਸਿਰਫ ਤੇ ਸਿਰਫ ਇਕੱਲੀ ਕੁਰਸੀ ਦਿਖਦੀ ਹੈ, ਸਿਰਫ ਵਿਰੋਧ ਹੀ ਦਿਖਦਾ ਹੁੰਦਾ ਵੀ ਨਹੀਂ ਜਿਹੜੀ ਮਰਜ਼ੀ ਗੱਲ ਹੋਏ ਸਰਕਾਰ ਦਾ ਵਿਰੋਧ ਹੀ ਕਰਨਾ। ਉਹ ਅਕਲ ਦੇ ਉਹਨੇ, ਉਹ ਬੇਸ਼ਰਮ ਲੋਕੋ, ਉਹ ਪੰਜਾਬ ਦੇ ਗਦਾਰ ਲੋਕੋ। ਘੱਟੋ ਘੱਟ ਜਿੱਥੇ ਕੋਈ ਚੰਗਾ ਕੰਮ ਹੋ ਰਿਹਾ ਉਹਦੇ ਨਾਲ ਤਾਂ ਖੜ ਜਾਓ। ਉਹ ਬੰਦੇ ਨੇ ਪਹਿਲੀ ਵਾਰੀ ਕਿਸੇ ਏਡੇ ਵੱਡੇ ਬੰਦੇ ਨੂੰ ਪਾਇਆ ਲੰਮਾ ਜਾ ਕੇ ਪੈ ਕੇ ਦਿਖਾ ਦੂੰਗੇ। ਕਿਸੇ ਲੋਕਾਂ ਨੂੰ ਰੋਜ਼ ਪਾਉਣਾ, ਜਲੀਲ ਕਰਦਾ, ਅਮਸ਼ਕ ਨਹੀਂ ਮਰ ਜੇ ਬੰਦਾ ਜਿਹੜੇ ਬੈੱਡ ਤੇ ਤੂੰ ਪਾਉਣਾ ਲੋਕਾਂ ਨੂੰ, ਬਿਮਾਰੀ ਨਾਲ ਜਦੋਂ ਮਰੂਗਾ ਦੇਖੀ ਜਾਊਗਾ। ਉੱਥੇ ਖੜੋ, ਇਹਨਾਂ ਲੋਕਾਂ ਨੂੰ ਸਵਾਲ ਕਰੋ ਘੇਰ ਕੇ। ਆ ਜਿਹੜੇ ਉੱਥੇ ਅੱਜ ਡਰਾਮਾ
ਬਾਦਲ ਕਹਿੰਦੇ ਬਹੁਤ ਮਾੜਾ ਹੋਇਆ, ਕਾਂਗਰਸੀ ਕਹਿੰਦੇ ਅੱਧੂ ਮਾੜਾ ਹੋਇਆ। ਉੱਥੇ ਰੋਈ ਜਾਂਦਾ, ਉਹ ਰਾਜਾ ਬਣੇ ਕੋਲੇ ਖੜਾ ਖੇਖਣ ਕਰੀ ਜਾਂਦਾ, ਜੀ ਨਾ ਤੁਸੀਂ ਤਾਂ ਬਹੁਤ ਚੰਗੇ ਬੰਦੇ ਹੋ, ਤੁਸੀਂ ਤਾਂ ਯਾਰ ਜੇ ਕੋਈ ਐਕਸਪਰਟ ਹੈ ਕਿਸੇ ਕੰਮ ਦਾ, ਮੰਨ ਲਓ ਕੋਈ ਡਾਕਟਰ ਬਹੁਤ ਵੱਡਾ ਕਿਸੇ ਐਕਸਪਰਟ ਆ ਆਪਣੇ ਕੰਮ 'ਚ, ਆਪਣੇ ਕਾਰੋਬਾਰ 'ਚ, ਤਾਂ ਇਹਦਾ ਮਤਲਬ ਇਹ ਥੋੜ੍ਹੀ ਆ ਕਿ ਉਹ ਜੋ ਮਰਜ਼ੀ ਕਰੀ ਜਾਵੇ, ਉਹਨੂੰ ਖੁੱਲ੍ਹ ਦੇ ਦੇਗੇ ਯਾਰ, ਜੋ ਇਨਸਾਨਾਂ ਦੀ ਜ਼ਿੰਦਗੀ ਨਾਲ ਜੋ ਮਰਜ਼ੀ ਖਿਲਵਾੜ ਕਰੀ ਜਾਵੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ 2-4 ਦਿਨਾਂ 'ਚ ਪਤਾ ਲੱਗ ਜਾਣਾ ਕਿ ਕੀ ਉਹ VC ਲੱਗਦਾ ਜਾਂ ਹਟਦਾ, ਉਹਦੇ ਖਿਲਾਫ ਕੋਈ ਜਾਂਚ ਕੋਈ ਪੜਤਾਲ ਹੁੰਦੀ ਆ ਕਿ ਕੱਲਾ ਡਰਾਮਾ ਹੋਣਾ ਸੀ, ਹੋ ਗਿਆ, ਜਿਉਂ ਤੜਕੇ ਦੇ ਵਾਹਾਂ ਹੋਣ ਲੱਗੀ ਆ, ਉਹ ਦਿੱਲੀ ਤੋਂ ਲੈ ਕੇ ਚੀਕਾਂ ਵੱਜੀਆਂ ਪਈਆਂ। ਦੁਬਾਰਾ ਫਿਰ ਕਹਿੰਦਾ ਸਿਰਫ ਵਿਰੋਧ ਕਰਨ ਲਈ ਹੀ ਵਿਰੋਧ ਨਾ ਕਰੋ, ਇਹ ਪੰਜਾਬ ਦੇ ਪੱਖ 'ਚ ਨਹੀਂ ਹੈਗਾ, ਇਹ ਪੰਜਾਬ ਦੇ ਖਿਲਾਫ ਹੈ। ਚੰਗਾ ਕਰਦਾ, ਮੈਂ ਪਹਿਲੇ ਦਿਨ ਤੋਂ ਕਹਿੰਦਾ ਇਹ ਸਰਕਾਰ ਚੰਗਾ ਕਰੂਗੀ, ਚੰਗਾ ਕਹਾਂਗੇ, ਨਾਲ ਖੜਾਂਗੇ, ਹੱਲਾਸ਼ੇਰੀ ਦੇਵਾਂਗੇ, ਸ਼ਾਬਾਸ਼ ਦੇਵਾਂਗੇ, ਲੋਕਾਂ 'ਚ ਕਹਾਂਗੇ ਕਿ ਚੰਗਾ ਕਰੇ। ਗਲਤ ਕਰੋਗੇ, ਵਿਰੋਧ ਕਰਾਂਗੇ, ਘੇਰਾਂਗੇ, ਲੋਕਾਂ 'ਚ ਵੀ ਗੱਲ ਲੈ ਕੇ ਜਾਵਾਂਗੇ। ਜੇ ਅੱਜ ਸਿਹਤ ਮੰਤਰੀ ਨੇ ਚੰਗਾ ਕੰਮ ਕੀਤਾ ਤਾਂ ਚੰਗਾ ਹੀ ਕਹਾਂਗੇ, ਕਿਉਂਕਿ ਅਸੀਂ ਲੰਮੇ ਸਮੇਂ ਤੋਂ, ਮੈਂ ਨਿੱਜੀ ਤੌਰ 'ਤੇ ਲੰਮੇ ਸਮੇਂ ਤੋਂ ਜਾਣਦਾ, ਗੁਰਪ੍ਰੀਤ ਸਿੰਘ ਚੰਦਬਾਜੇ ਵਰਗੇ ਲਗਾਤਾਰ ਲੜ ਰਹੇ ਇਹਨਾਂ ਦੇ ਖਿਲਾਫ, ਲਗਾਤਾਰ ਹੋਰ ਕਿੰਨੀਆਂ ਜਥੇਬੰਦੀਆਂ ਸੰਸਥਾਵਾਂ ਲੜ ਰਹੀਆਂ ਨੇ ਇਸ VC ਦੇ ਖਿਲਾਫ ਕਿ ਕਿੰਨਾ ਮਾੜਾ ਬੰਦਾ ਹੈ, ਕਿੰਨਾ ਕਰਪਟ ਬੰਦਾ ਹੈ, ਜਿਹੜਾ ਬੰਦਾ ਇੱਥੇ ਬਿਠਾਇਆ ਹੋਇਆ ਲਗਾਤਾਰ 14 ਤੋਂ ਲੈ ਕੇ। ਸੋ ਫੈਸਲਾ ਆਉਣ ਵਾਲੇ ਦੇਖਦੇ ਹਾਂ 2-4 ਦਿਨਾਂ 'ਚ ਕੀ ਹੁੰਦਾ ਕਿ ਪੰਜਾਬ ਨਾਲ ਖੜਦੇ ਆ ਕਿ ਲੰਮਲੇਟ ਹੁੰਦੇ ਆ ਇਹੋ ਜਿਹੇ ਬੰਦਿਆਂ ਦੇ ਅੱਗੇ, ਇਹੋ ਜਿਹੇ ਅਫਸਰਾਂ ਦੇ ਅੱਗੇ, ਤੇ ਜਿਹੜੇ ਲਗਾਤਾਰ ਸ਼ੋਸ਼ਣ ਕਰਦੇ ਆ ਰਹੇ ਕਈ ਸਾਲਾਂ ਤੋਂ। ਇਹ ਤਾਂ ਕਹਿੰਦੇ ਅਸੀਂ ਨੱਥ ਪਾ ਲਾਂਗੇ ਹਰ ਚੀਜ਼ ਨੂੰ, ਨੱਥ ਐ ਨਹੀਂ ਪੈਣੀ ਭਾਂਸ, ਐ ਨਹੀਂ ਨੱਥ ਪੈਣੀ, ਦਲੇਰੀ ਦਿਖਾ, ਜ਼ੁਰਤ ਦਿਖਾ, ਕਰਤਾ ਦਾ ਕਰਤਾ ਠੀਕ ਹੈ। ਤੂੰ ਤਾਂ ਪਹਿਲੀ ਗੱਲ ਕਹਿ ਆਲੇ ਮੰਤਰੀ ਨੂੰ ਸ਼ਾਬਾਸ਼ ਦੇ, ਹੱਲਾਸ਼ੇਰੀ ਦੇ ਵੀ ਹਾਂ ਬਹੁਤ ਕਮਾਲ ਦਾ ਕੰਮ ਕੀਤਾ। ਐਂ ਲੋਟ ਆਉਣਗੇ ਲੋਕ, ਇਹ ਊਣੀ ਲੋਟ ਆਉਣੇ, ਇਹ ਹੱਥਾਂ ਮਾੜਾ ਮੋਟਾ ਇਹ ਬੇਨਤੀਆਂ ਕਰਨ ਨਾਲ ਲੋਟ ਨਹੀਂ ਆਉਂਦੇ ਲੋਕ। ਇਹ ਮੂੰਹ ਪਿਆ ਹੋਇਆ ਲੰਮੇ ਸਮੇਂ ਦਾ, ਆਦਤਾਂ ਪਈਆਂ ਹੋਈਆਂ, ਪੱਕ ਗਈਆਂ ਆਦਤਾਂ, ਐਂ ਨਹੀਂ ਸੁਧਰਨੇ। ਜਿਵੇਂ ਤੂੰ ਗੱਲ ਕਰਦਾ ਕਿ ਇੱਕ ਵਾਰੀ ਉਹ ਕਰਤਾ ਤੇ ਆਪਦੇ ਬੰਦਿਆਂ ਨੂੰ ਤੂੰ ਮਾੜਾ ਕਿ ਕੱਲ੍ਹ ਨੂੰ ਤੇਰਾ ਬੰਦਾ ਕਿਹੜਾ ਕੰਮ ਕਰੂ, ਕਿਹੜਾ ਤੇਰਾ ਮੰਤਰੀ ਹੌਸਲੇ ਨਾਲ ਕੰਮ ਕਰੂ, ਕਿਹੜਾ ਤੇਰਾ MLA ਹੌਸਲੇ ਨਾਲ ਕੰਮ ਕਰ ਲੂ ਵੀ ਹਾਂ ਯਾਰ ਉਹਨਾਂ ਨੂੰ ਪਤਾ ਵੀ ਨਾ ਯਾਰ ਪਤਾ ਹੀ ਨਹੀਂ ਇਹ ਸਾਡਾ ਤਾਂ ਤਾਂ ਤੋਂ ਮੁੱਖ ਮੰਤਰੀ ਪਤਾ ਨਹੀਂ ਕੀ ਕਹਦੇ, ਚੱਡਾ ਪਤਾ ਨਹੀਂ ਕੀ ਕਹਦੇ, ਕੇਜਰੀਵਾਲ ਦੀ ਕਮਾਂਡ ਜਾਰੀ ਕਰਦੇ, ਅਸੀਂ ਕੀ ਕਰਨਾ ਪੰਗਾ ਲੈ ਕੇ, ਕਿਸੇ ਨੇ ਪੰਗਾ ਨਹੀਂ ਲੈਣਾ। ਜੇ ਕੁਛ ਕਰਾਉਣਾ ਚਾਹੁੰਦਾ ਪੰਜਾਬ ਦਾ, ਆਪਣੇ ਲੋਕਾਂ ਨੂੰ, ਨਾਲਦਿਆਂ ਨੂੰ, ਆਪਦੇ ਬੰਦਿਆਂ ਨੂੰ, ਮੰਤਰੀਆਂ ਨੂੰ ਹੱਲਾਸ਼ੇਰੀ ਦੇ ਕੇ, ਕੋਈ ਗੱਲ ਨਹੀਂ, ਬੇਫਿਕਰ ਹੋ ਕੇ, ਬੇਝਿਜਕ ਹੋ ਕੇ ਕੰਮ ਕਰੋ। ਜਿਹੜਾ ਬੰਦਾ ਮਾੜਾ ਬਖਸ਼ਣਾ ਨਹੀਂ, ਸਹੀ ਨੂੰ ਕੁਛ ਕਹਿਣਾ ਨਹੀਂ। ਉਡੀਕਦੇ ਹਾਂ ਆਉਣ ਵਾਲੇ 4 ਦਿਨ ਕਿ ਭਗਵੰਤ ਸਿੰਘ ਮਾਨ ਇਹਦੀ ਜਾਂਚ ਕਰਾਉਂਦੇ ਆ, ਇਹਨੂੰ ਕਟਹਿਰੇ 'ਚ ਖੜਾ ਕਰਦੇ ਆ, ਇਹਨੂੰ ਜੇਲ੍ਹ ਦੀਆਂ ਸਲਾਖਾਂ ਪਾਸੇ ਛੱਡਦੇ ਆ, ਜਾਂ ਫਿਰ ਇਹਨੂੰ ਮਾਨ ਸਨਮਾਨ ਕਰਕੇ ਹੀ ਗਲਤੀ ਹੋ ਗਈ ਜੀ ਰਾਜ ਬਹਾਦਰ ਸਾਹਿਬ, ਸਾਨੂੰ ਨਹੀਂ ਪਤਾ ਤੁਹਾਡੀਆਂ ਤਾਰਾਂ ਦਿੱਲੀ, ਤੁਹਾਡੀਆਂ ਤਾਰਾਂ ਨਾਗਪੁਰ ਜੁੜਦੀਆਂ ਜੀ, ਸਾਨੂੰ ਨਹੀਂ ਸੀ ਪਤਾ, ਅੱਜ ਤਾਂ ਗਲਤੀ ਕਰ ਬੈਠੇ, ਲੱਗੋ ਉੱਥੇ ਚਲੋ। ਫਿਰ ਤੁਸੀਂ ਪੰਜਾਬ ਦੇ ਲੋਕੋ ਖੁਦ ਸਮਝ ਲਿਓ ਕਿ ਕਹਾਣੀ ਕਿੱਥੇ ਖੜੀ ਹੈ ਤੇ ਗੱਲਾਂ ਕੀ ਸੀ ਤੇ ਕੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।